गुड मॉर्निंग स्टूडेंट्स। ਜਿਹੜਾ ਹੁਣ ਆਪਾਂ ਸਬਜੈਕਟ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ IM ਮੀਨਸ ਇੰਸਟਾਲੇਸ਼ਨ ਐਂਡ ਮੇਨਟੇਨੈਂਸ ਆਫ ਇਲੈਕਟ੍ਰੀਕਲ ਇਕਵਿਪਮੈਂਟਸ। ਮਤਲਬ ਆਪਾਂ ਜੇ ਕੋਈ ਇਲੈਕਟ੍ਰੀਕਲ ਇਕਵਿਪਮੈਂਟ ਨੂੰ ਯੂਜ਼ ਕਰਨਾ, ਸਪੋਜ਼ ਆਪਾਂ ਨੇ ਕੋਈ ਕੇਬਲ ਯੂਜ਼ ਕਰਨੀ ਹੈ ਜਾਂ ਕੋਈ ਟਰਾਂਸਫਾਰਮਰ ਯੂਜ਼ ਕਰਨਾ ਜਾਂ ਮੋਟਰ ਯੂਜ਼ ਕਰਨੀ ਆ, ਤਾਂ ਉਸ ਟਾਈਮ ਆਪਾਂ ਨੇ ਉਹਨੂੰ ਕਿੱਦਾਂ ਇੰਸਟਾਲ ਕਰਨਾ, ਉਹਦੀ ਕਿੱਦਾਂ ਆਪਾਂ ਨੇ ਸਟੋਰੇਜ ਕਰਨੀ ਹੈ ਜਾਂ ਉਹਨਾਂ ਨੂੰ ਕਿੱਦਾਂ ਆਪਾਂ ਟਰਾਂਸਪੋਰਟ ਕਰਨਾ ਤੇ ਉਹਦੀ ਮੇਨਟੇਨੈਂਸ ਕਿੱਦਾਂ ਕਰਨੀ ਆ, ਇਹ ਸਾਰੇ ਪ੍ਰੋਸੀਜਰਸ ਨੇ, ਪ੍ਰੀਕਾਸ਼ਨਸ, ਪ੍ਰੀਵੈਂਸ਼ਨਸ ਜੋ ਆਪਾਂ ਕਿਸੇ ਵੀ ਇਲੈਕਟ੍ਰੀਕਲ ਇਕਵਿਪਮੈਂਟ ਨੂੰ ਇੰਸਟਾਲ ਕਰਦੇ ਹੋਏ ਲੈਣੇ ਆ, ਉਹ ਸਾਰਾ ਆਪਾਂ ਇਸ ਸਿਲੇਬਸ ਵਿੱਚ ਪੜਾਂਗੇ, ਇਸ ਸਬਜੈਕਟ ਵਿੱਚ ਪੜਾਂਗੇ। ਸੋ ਇਸ ਸਬਜੈਕਟ ਨੂੰ ਪੜ੍ਹਨ ਤੋਂ ਬਾਅਦ ਜਿਹੜੇ ਆਪਾਂ ਨੂੰ ਲਰਨਿੰਗ ਆਊਟਕਮਸ ਆਉਂਦੇ ਨੇ ਕਿਸੇ ਵੀ ਸਟੂਡੈਂਟਸ ਨੂੰ, ਉਹਦੇ ਆਊਟਕਮਸ ਨੇ ਉਹ ਕੀ ਨੇ? After undergoing the subject, the student will able to erect or install various electrical equipment as per IE Rules Act. Second is prepare specifications for different items required for transmission lines, design and excavation of cable trenches. Means student ਨੂੰ proper deeply knowledge ਹੋ ਜੂਗੀ ਕਿ ਆਪਾਂ ਨੇ electrical equipment ਨੂੰ ਕਿੱਦਾਂ install ਕਰਨਾ IE rules ਦੇ according। cables ਨੂੰ ਜਦੋਂ ਆਪਾਂ ਨੇ lay ਕਰਨਾ ਹੈ ਉਸ time ਆਪਾਂ ਨੇ ਟ੍ਰੈਂਚ ਜਿਹੜਾ ਉਹ ਕਿੰਨੀ ਉਹਦੀਆਂ ਸਪੈਸੀਫਿਕੇਸ਼ਨਸ ਹੋਣੀਆਂ ਚਾਹੀਦੀਆਂ ਨੇ, ਕਿੰਨੀ ਡੂੰਘਾਈ ਤੇ ਆਪਾਂ ਨੂੰ ਉਹਦੀ ਟ੍ਰੈਂਚ ਹੋਣੀ ਚਾਹੀਦੀ ਆ, ਤੇ ਹੋਰ ਸਾਰਾ ਤੇ ਕਿਹੜੇ ਕਿਹੜੇ ਕੇਬਲ ਲੇਇੰਗ ਦੇ ਪ੍ਰੋਸੀਜਰਸ ਆ ਜਿਹੜੇ ਡਿਫਰੈਂਟ ਬਿਲਡਿੰਗਸ ਲਈ ਯੂਜ਼ ਹੁੰਦੇ ਨੇ, ਉਸ ਚੀਜ਼ ਬਾਰੇ ਵੀ ਨੌਲੇਜ ਹੋ ਜੂਗੀ। ਫਰਦਰ ਜੇ ਆਪਾਂ ਨੇ ਟਰਾਂਸਫਾਰਮਰ ਨੂੰ ਇੰਸਟਾਲ ਕਰਨਾ ਜਾਂ ਮੋਟਰ ਨੂੰ ਇੰਸਟਾਲ ਕਰਨਾ ਜਾਂ ਆਪਾਂ ਨੇ ਟਰਾਂਸਮਿਸ਼ਨ ਲਾਈਨਸ ਨੂੰ ਇੰਸਟਾਲ ਕਰਨਾ, ਉਸ ਟਾਈਮ ਆਪਾਂ ਨੇ ਕਿਹੜੇ ਕਿਹੜੇ ਕੰਪੋਨੈਂਟਸ ਯੂਜ਼ ਕਰਨੇ ਤੇ ਉਹ ਕੰਪੋਨੈਂਟਸ ਦੀ ਪ੍ਰੋਪਰ ਫੰਕਸ਼ਨਿੰਗ ਕਿੱਦਾਂ ਹੋਣੀ ਚਾਹੀਦੀ ਹੈ, ਇਹ ਵੀ ਸਾਰਾ ਆਪਾਂ ਨੂੰ ਸਟੂਡੈਂਟਸ ਨੂੰ ਪਤਾ ਲੱਗ ਜਾਏਗਾ। ਔਰ ਸਟੂਡੈਂਟਸ ਨੂੰ ਇਸ ਗੱਲ ਦੀ ਵੀ ਪੂਰੀ ਨੌਲੇਜ ਹੋ ਜਾਏਗੀ ਕਿ ਜੇ ਕੋਈ ਫਾਲਟ ਆਇਆ ਟਰਾਂਸਮਿਸ਼ਨ ਜਾਂ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਤਾਂ ਉਸ ਟਾਈਮ ਆਪਾਂ ਨੇ ਕਿਹੜੇ ਪੁਆਇੰਟ 'ਤੇ ਆਪਾਂ ਨੇ ਫਾਲਟ ਡਿਟੈਕਸ਼ਨ ਕਰਨੀ ਹੈ ਤੇ ਕਿਹੜੇ ਟੈਸਟ ਉਹਦੇ 'ਤੇ ਆਪਾਂ ਨੇ ਕਰਨੇ ਨੇ। ਸੋ ਦੀਜ਼ ਆਰ ਦੀ ਲਰਨਿੰਗ ਆਊਟਕਮਸ ਆਫ ਦਿਸ ਸਬਜੈਕਟ। ਸੋ ਜੇ ਆਪਾਂ ਯੂਨਿਟ 1 ਦੀ ਗੱਲ ਕਰੀਏ, ਇਹਦੇ ਵਿੱਚ ਸਾਰੇ ਆਪਾਂ ਟੂਲਸ, ਐਕਸੈਸਰੀਜ਼ ਐਂਡ ਇੰਸਟਰੂਮੈਂਟਸ ਪੜਾਂਗੇ। ਮੀਨਸ ਜਿੰਨੇ ਵੀ ਟੂਲਸ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਕੰਮ ਨੂੰ ਕਰਨ ਦੇ ਲਈ, ਇੰਸਟਾਲ ਕਰਨ ਦੇ ਲਈ ਜਾਂ ਕੋਈ ਰਿਪੇਅਰ ਦਾ ਕੰਮ ਕਰਨ ਦੇ ਲਈ ਜਾਂ ਉਹਦੀ ਮੇਨਟੇਨੈਂਸ ਕਰਨ ਦੇ ਲਈ, ਉਹ ਸਾਰੇ ਟੂਲਸ ਬਾਰੇ ਆਪਾਂ ਪੜਾਂਗੇ। ਫਰਦਰ ਆਪਣੇ ਕੋਲ ਨੌਲੇਜ ਆਫ ਇੰਡੀਅਨ ਇਲੈਕਟ੍ਰਿਸਿਟੀ ਰੂਲਸ। ਹੁਣ ਇਲੈਕਟ੍ਰਿਸਿਟੀ ਦੇ ਰੂਲਸ ਕੀ ਨੇ ਵੀ, ਜੇ ਆਪਾਂ ਕੋਈ ਇਲੈਕਟ੍ਰੀਕਲ ਇਕਵਿਪਮੈਂਟ ਨੂੰ ਇੰਸਟਾਲ ਕਰਨ ਜਾ ਰਹੇ ਹਾਂ ਤਾਂ ਉਸ ਟਾਈਮ ਆਪਾਂ ਨੇ ਕੀ ਪ੍ਰੀਕਾਸ਼ਨਸ ਰੱਖਣੇ ਨੇ। ਕੋਈ ਆਪਾਂ ਇਲੈਕਟ੍ਰੀਕਲ ਜਿਵੇਂ ਕਹਿ ਦਿੰਦੇ ਤਾਰਾਂ ਨੇ, ਜਿਵੇਂ ਨੇਕਡ ਵਾਇਰਸ ਆ, ਉਹਨੂੰ ਨਹੀਂ ਆਪਾਂ ਛੇੜਨੇ ਹੈਗੇ ਆ, ਤਾਂ ਉਹ ਮਤਲਬ ਜਾਂ ਕੋਈ ਆਪਾਂ ਨੇ ਕੋਈ ਇਕਵਿਪਮੈਂਟ ਉਹਨੂੰ ਰਿਪੇਅਰ ਕਰਨਾ ਹੈ ਤਾਂ ਪ੍ਰੋਪਰ ਕਿਸੇ ਵੀ ਜਿਹੜਾ ਵਰਕਰ ਉੱਥੇ ਰਿਪੇਅਰ ਕਰਨ ਲਈ ਜਾ ਰਿਹਾ ਉਹਦੇ ਪ੍ਰੋਪਰ ਗਲਵਸ ਪਾਏ ਹੋਣੇ ਚਾਹੀਦੇ ਆ, ਰਬੜ ਗਲਵਸ ਹੋਣੇ ਚਾਹੀਦੇ ਆ, ਸ਼ੂਜ਼ ਹੋਣੇ ਚਾਹੀਦੇ ਆ ਜਾਂ PPE ਕਿਟਸ ਪਾਈਆਂ ਹੋਣੀਆਂ ਚਾਹੀਦੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇਲੈਕਟ੍ਰਿਸਿਟੀ ਰੂਲਸ ਦੇ ਵਿੱਚ ਪੜਾਂਗੇ। ਪ੍ਰੀਵੈਂਸ਼ਨ ਆਫ ਐਕਸੀਡੈਂਟਸ ਮੀਨਸ ਜੇ ਕੋਈ ਬਾਈ ਦੀ ਵੇ ਜਾਂ ਕਿਸੇ ਨੂੰ ਇਲੈਕਟ੍ਰੀਕਲ ਸ਼ੌਕ ਲੱਗ ਚੁੱਕਿਆ ਆ ਤਾਂ ਉਸ ਟਾਈਮ ਆਪਾਂ ਨੇ ਕਿੱਦਾਂ ਉਸ ਬੰਦੇ ਨੂੰ ਜਿਹੜਾ ਕਹਿ ਲਓ ਜਿਹਨੂੰ ਹੋਇਆ ਆ ਉਹਨੂੰ ਕਿੱਦਾਂ ਆਪਾਂ ਉਹਦਾ ਇਲਾਜ ਕਰਾਂਗੇ, ਜਾਂ ਜਿਵੇਂ ਕਿ ਆਰਟੀਫਿਸ਼ੀਅਲ ਰੈਸਪੀਰੇਸ਼ਨ ਵੀ ਇੱਕ ਤਰ੍ਹਾਂ ਦਾ ਉਹਦਾ ਸੋਲਿਊਸ਼ਨ ਹੈ। ਸੋ ਵਾਟ ਆਰ ਟੂਲਸ? ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ, ਟੂਲਸ ਆਰ ਰਿਕੁਆਇਰਡ ਟੂ ਕੈਰੀ ਆਊਟ ਦਾ ਇੰਸਟਾਲੇਸ਼ਨ ਐਂਡ ਮੇਨਟੇਨੈਂਸ ਵਰਕ। ਜੇ ਟੂਲਸ ਹੀ ਨਾ ਹੋਣਗੇ ਤਾਂ ਆਪਾਂ ਕੋਈ ਵੀ ਕੰਮ ਨੂੰ ਰਿਪੇਅਰਿੰਗ ਨਹੀਂ ਕਰ ਸਕਦੇ, ਕੋਈ ਇੰਸਟਾਲਮੈਂਟ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਸੋ ਸਭ ਤੋਂ ਪਹਿਲਾਂ ਆਪਾਂ ਟੂਲ ਜਿਹੜਾ ਪੜਾਂਗੇ ਉਹ ਕੀ ਹੈ? ਕੰਬੀਨੇਸ਼ਨ ਪਲਾਇਰਸ। ਹੁਣ ਪਲਾਇਰਸ ਕੀ ਹੁੰਦੇ ਨੇ? ਜੇ ਆਪਾਂ ਫੋਟੋ ਦੀ ਗੱਲ ਕਰੀਏ ਤਾਂ ਆਹ ਦੇਖੋ, ਜੇ ਆਪਾਂ ਪੰਜਾਬੀ 'ਚ ਕਹੀਏ ਤਾਂ ਪਲਾਸ ਨੂੰ ਕੀ ਕਿਹਾ ਜਾਂਦਾ ਹੈ? ਪਲਾਇਰਸ। ਤਾਂ ਇਹਦਾ ਕੀ ਕੰਮ ਆ? ਬੇਸਿਕਲੀ ਦੀ ਪਲਾਇਰਸ ਆਰ ਯੂਜ਼ ਟੂ ਹੋਲਡ ਆਬਜੈਕਟਸ ਫਰਮਲੀ। ਜੇ ਆਪਾਂ ਨੇ ਕਿਸੇ ਆਬਜੈਕਟ ਨੂੰ ਪੂਰੇ ਜ਼ੋਰ ਨਾਲ ਪਕੜਨਾ ਆ ਤਾਂ ਉਸ ਟਾਈਮ ਆਪਾਂ ਪਲਾਇਰਸ ਨੂੰ ਯੂਜ਼ ਕਰਦਾ। ਸੈਕਿੰਡ, ਜੇ ਆਪਾਂ ਨੇ ਕੋਈ ਹੌਟ ਮੈਟਲ ਆ ਜਾਂ ਕੋਈ ਹੌਟ ਆਪਣੇ ਕੋਲ ਕੋਈ ਗਰਮ ਚੀਜ਼ ਆ, ਉਹਨੂੰ ਆਪਾਂ ਨੇ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖਣਾ, ਉਸ ਟਾਈਮ ਆਪਾਂ ਪਲਾਇਰਸ ਦਾ ਯੂਜ਼ ਕਰ ਸਕਦੇ ਹਾਂ। ਜਾਂ ਕਿਸੇ ਕਦੇ ਕੋਈ ਬੈਂਡ ਜਾਂ ਕੰਪਰੈਸ ਕਰਨੇ ਮਟੀਰੀਅਲਸ ਨੂੰ, ਉਸ ਟਾਈਮ ਪਲਾਇਰਸ ਦਾ ਯੂਜ਼ ਹੁੰਦਾ ਆ। ਇਹ ਟੋਟਲ 33 ਟਾਈਪਸ ਦੇ ਹੁੰਦੇ ਨੇ ਜਿਹੜੇ ਕਿ ਅਕੋਰਡਿੰਗ ਟੂ ਅਵਰ ਨੀਡ ਆਪਾਂ ਯੂਜ਼ ਕੀਤੇ ਜਾਂਦੇ ਨੇ। ਫਰਦਰ ਇਜ਼ ਸਕਰੂ ਡਰਾਈਵਰ। ਜਿਵੇਂ ਕਿ ਆਪਾਂ ਨੂੰ ਨੇਮ ਤੋਂ ਪਤਾ ਲੱਗ ਰਿਹਾ ਆ ਕਿ ਜੇ ਆਪਾਂ ਨੇ ਕੋਈ ਸਕਰਿਊਜ਼ ਨੂੰ ਕਿਤੇ ਲਗਾਉਣੇ ਆ ਤਾਂ ਉਸ ਟਾਈਮ ਆਪਾਂ ਕਿਹੜਾ ਟੂਲ ਨੂੰ ਯੂਜ਼ ਕਰਨਾ? ਦੈਟ ਇਜ਼ ਸਕਰੂ ਡਰਾਈਵਰ। ਹੈਮਰ, ਪੰਜਾਬੀ 'ਚ ਇਹਨੂੰ ਨੋਰਮਲੀ ਆਪਾਂ ਕਹਿ ਦਿੰਦੇ ਹਾਂ ਥੋੜੀ, ਜਿਹਦੇ ਨਾਲ ਆਪਾਂ ਨੇ ਕੀ ਕਰਨਾ ਆ, ਸਾਰੀਆਂ ਮਤਲਬ ਜੇ ਕੋਈ ਕਹਿ ਲਓ ਮੇਖ ਆ ਉਹਨੂੰ ਆਪਾਂ ਵਿੱਚ ਮਤਲਬ ਮੇਖ ਨੂੰ ਪੁੱਟ ਕਰਨਾ ਆ, ਜਾਂ ਆਪਾਂ ਨੇ ਕੋਈ ਹੋਰ ਉਹਦੇ 'ਤੇ ਮਤਲਬ ਕਿਸੇ ਸਰਫੇਸ ਨੂੰ ਆਪਾਂ ਨੇ ਫਲੈਟ ਕਰਨਾ ਆ, ਉਸ ਟਾਈਮ ਆਪਾਂ ਕੀ ਯੂਜ਼ ਕਰਦੇ ਹਾਂ? ਹੈਮਰ। ਆਹ ਦੇਖੋ ਬੱਚੇ, ਦਿਸ ਇਜ਼ ਸਕਰੂ ਡਰਾਈਵਰ। ਸਕਰੂ ਡਰਾਈਵਰ ਇਜ਼ ਯੂਜ਼ਡ ਫॉर ਸਕਰੂਇੰਗ ਐਂਡ ਅਨਸਕਰੂਇੰਗ ਦੀ ਸਕਰਿਊਜ਼। ਐਂਡ ਹੈਮਰ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਕਿ ਇਹਦਾ ਇੱਕ ਪਾਰਟ ਆ ਹੈਮਰ ਦਾ, ਇੱਕ ਟਾਈਪ ਸ਼ੋ ਕੀਤੀ ਹੋਈ ਹੈ, ਦੈਟ ਇਜ਼ ਕਲੋ ਹੈਮਰ।
ਸੋ ਹੈਮਰਸ ਦੇ ਵੀ ਡਿਫਰੈਂਟ ਹੋਰ ਕਿੰਨੀਆਂ ਉਹ ਨੇ ਟਾਈਪਸ ਨੇ ਜਿਹੜੇ ਕਿ ਅਕੋਰਡਿੰਗ ਟੂ ਸ਼ੇਪ ਐਂਡ ਆਪਣੀ ਨੈਸੈਸਰੀ ਦੇ ਆਪਾਂ ਯੂਜ਼ ਕਰਦੇ ਹਾਂ। Next is cutter. Cutter is used to remove some material from the workpiece by means of shear deformation. Another tool is saw. Saw has a tough blade, wire or chain with hard toothed edge. ਇਹਦੇ ਵਿੱਚ ਕੀ ਹੁੰਦਾ, ਇੱਕ ਸਾਈਡ ਆਪਣੇ ਹਾਰਡ ਟੂਥਡ ਐਜ ਹੁੰਦੇ ਨੇ ਤੇ ਦੂਸਰੀ ਸਾਈਡ ਆਪਣੇ ਕੋਲ ਇੱਕ ਦਿਸ ਇਜ਼ ਇੱਥੇ ਹੈਗਾ ਦੇਖੋ, ਦਿਸ ਇਜ਼ ਬੈਕ ਸੋ ਐਂਡ ਦਿਸ ਇਜ਼ ਹੈਂਡ ਸੋ। ਪੰਜਾਬੀ 'ਚ ਇਹਨੂੰ ਸਿੰਪਲੀ ਆਰੀ ਕਿਹਾ ਜਾਂਦਾ। ਇੱਥੇ ਇਹਦੇ ਜਿਹੜੇ ਨੇ ਉਹ ਹੁੰਦੇ ਨੇ ਟੀਥਸ ਹੁੰਦੇ ਨੇ, ਤਾਂ ਇਹਦੇ ਨਾਲ ਆਪਾਂ ਕੀ ਹੈ ਕਿਸੇ ਵੀ ਵੁਡਨ ਦੇ ਪਾਰਟ ਨੂੰ ਆਪਾਂ ਕੱਟ ਕਰ ਸਕਦੇ ਹਾਂ। ਇਹਦੇ ਵਿੱਚ ਹੋਰ ਆਪਣੇ ਕੋਲ ਕੀ ਆ ਹੈਕਸੌ ਡਿਫਰੈਂਟ, ਇਹਦੇ ਵੀ ਆਪਣੇ ਕੋਲ 31 ਤਰ੍ਹਾਂ ਦੇ ਟਾਈਪ ਸੌਜ਼ ਹੁੰਦੇ ਨੇ ਜਿਨ੍ਹਾਂ ਨਾਲ ਆਪਾਂ ਜਿਹੜੇ ਆਪਾਂ ਇਹਦੇ ਵਿੱਚ ਯੂਜ਼ ਕਰਦੇ ਹਾਂ। ਨਾਓ ਨੈਕਸਟ ਇਜ਼ ਚੀਜ਼ਲ। ਹੁਣ ਚੀਜ਼ਲ ਕੀ ਹੁੰਦਾ ਆ, ਜਿਵੇਂ ਕਿ ਆਪਾਂ ਦੇਖਦੇ ਹਾਂ ਇਹ ਇੱਕ ਤਰ੍ਹਾਂ ਦਾ ਟੂਲ ਆ ਜਿਹਦੇ ਬਲੇਡਸ ਹੁੰਦੇ ਨੇ ਐਂਡਸ ਦੇ ਵਿੱਚ ਫॉर ਕਾਰਵਿੰਗ ਔਰ ਕਟਿੰਗ ਅ ਹਾਰਡ ਮਟੀਰੀਅਲ ਸਚ ਐਜ਼ ਵੁੱਡ, ਸਟੋਨ ਔਰ ਮੈਟਲ। ਇਹ ਵੀ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿ ਲਈਏ ਇੱਥੇ ਦੇਖੋ ਬੱਚੇ, ਹਾਂ ਦਿਸ ਇਜ਼ ਚੀਜ਼ਲ। ਇਹਦੇ ਨਾਲ ਕੀ ਹੁੰਦਾ, ਆਪਾਂ ਆਪਣੇ ਮੈਨੂਅਲੀ ਕੀ ਆ ਕਿਸੇ ਵੀ ਵੁੱਡ ਦੇ ਪਾਰਟ ਨੂੰ ਜਾਂ ਹਾਰਡ ਪਾਰਟ ਨੂੰ ਸਾਈਡਸ ਤੋਂ ਕੱਟ ਕਰ ਸਕਦੇ ਹਾਂ। ਫਰਦਰ ਆਪਣੇ ਕੋਲ ਕੀ ਹੈ, ਹੈਂਡ ਡਰਿਲ। ਹੈਂਡ ਡਰਿਲ ਇਜ਼ ਅ ਹੈਂਡ ਟੂਲ ਟੂ ਡਰਿਲ ਹੋਲਸ ਇਨ ਦੀ ਵੁੱਡ। ਪ੍ਰੈਸ਼ਰ ਇਜ਼ ਅਪਲਾਈਡ ਐਟ ਦੀ ਟੋਪ ਐਂਡ ਦੀ ਟੂਲ ਇਜ਼ ਰੋਟੇਟਿਡ। ਆਪਾਂ ਕੀ ਕਰਨਾ, ਪ੍ਰੈਸ਼ਰ ਆ ਜਿਹੜਾ ਆਪਾਂ ਉੱਪਰੋਂ ਉਹਨੂੰ ਅਪਲਾਈ ਕਰਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਆ, ਇੱਕ ਡਰਿਲ ਦੇ ਨਾਲ ਆਪਾਂ ਕੀ ਆ ਉਹਦੇ ਵਿੱਚ ਹੋਲ ਹੋ ਜਾਂਦਾ ਆ ਤੇ ਉਹਦੇ ਨਾਲ ਆਪਾਂ ਉਹਨੂੰ ਉਹਦੇ ਵਿੱਚ ਜਾਂ ਕੋਈ ਆਪਾਂ ਨੇ ਕਨੈਕਟ ਕਰਨਾ ਦੋ ਚੀਜ਼ਾਂ ਨੂੰ, ਜਾਂ ਕੋਈ ਆਪਾਂ ਨੇ ਕਿਸੇ ਚੀਜ਼ ਨੂੰ ਹੈਂਗ ਕਰਨਾ, ਆਪਾਂ ਡਰਿਲ ਕਰਕੇ ਉਹਦੇ ਵਿੱਚ ਹੋਲ ਕਰਕੇ ਉੱਥੇ ਮੇਕ ਲਗਾ ਕੇ ਉਹਨੂੰ ਹੈਂਗ ਕਰ ਸਕਦੇ ਹਾਂ। ਸੋ ਹਰ ਇੱਕ ਟੂਲਸ ਅਕੋਰਡਿੰਗ ਟੂ ਅਵਰ ਨੀਡਸ ਇਹਦੀਆਂ ਅਲੱਗ-ਅਲੱਗ ਯੂਜ਼ਸ ਨੇ। ਸੋ ਨੈਕਸਟ ਟੂਲ ਇਜ਼ ਫਾਈਲਸ। ਫਾਈਲਸ ਜਾਂ ਇਹਨੂੰ ਆਪਾਂ ਰੈਸਪਸ ਵੀ ਕਿਹਾ ਜਾਂਦਾ, ਜਾਂ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ, ਰੇਤੀ। ਜਿਵੇਂ ਕਿ ਆਪਾਂ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ, ਥੀਸ ਆਰ ਨੋਨ ਐਜ਼ ਰੈਪਸ ਔਰ ਫਾਈਲਸ। ਇਹਦਾ ਕੀ ਕੰਮ ਆ, ਦਿਸ ਇਜ਼ ਯੂਜ਼ਡ ਟੂ ਰਿਮੂਵ ਫਾਈਨ ਅਮਾਊਂਟਸ ਆਫ ਮਟੀਰੀਅਲ ਫਰੋਮ ਵਰਕ ਪਲੇਸ। ਜੇ ਆਪਾਂ ਨੇ ਕਿਸੇ ਵਰਕ ਜਿਹੜੇ ਆਪਾਂ ਨੇ ਪੀਸ 'ਤੇ ਕੰਮ ਕਰਨਾ ਆ, ਜਾਂ ਆਪਾਂ ਨੇ ਕੋਈ ਵੁਡਨ ਦਾ ਚੀਜ਼ ਬਣਾਉਣਾ, ਇਹਦੇ ਨਾਲ ਆਪਾਂ ਕੀ ਆ ਕਿ ਉਹਦੇ 'ਤੇ ਮਤਲਬ ਫਾਈਲਸ ਨੂੰ ਫੇਰ ਕੇ ਉਹਨੂੰ ਇੱਕ ਪ੍ਰੋਪਰ ਸਮੂਥ ਆ ਜਿਹੜੀ ਉਹਦਾ ਇੱਕ ਸਮੂਥ ਲੈਵਲ ਕ੍ਰੀਏਟ ਕਰ ਸਕਦੇ ਹਾਂ। ਨਾਓ ਵਾਟ ਇਜ਼ ਪੋਕਰ। ਪੋਕਰ is a pinpoint type to make hole or measurements। ਜਿਵੇਂ ਕਿ ਇਹਦਾ ਨੇਮ ਆ ਪੋਕ ਕਰਨਾ ਮੀਨਸ ਪੋਕਰ। ਉਹਨੂੰ ਆਪਾਂ ਨੇ ਕੀ ਹੈ ਇੱਕ ਆਪਾਂ ਹੋਲਸ ਜਾਂ ਆਪਾਂ ਕਿਸੇ ਮੈਜਰਮੈਂਟਸ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਸੋ ਨੈਕਸਟ ਜਿਹੜਾ ਟੂਲ ਆਪਾਂ ਸਟੂਡੈਂਟਸ ਪੜ੍ਹਨਾ ਉਹ ਹੈ ਗਿਮਲੈਟ। ਗਿਮਲੈਟ ਜਿਵੇਂ ਕਿ ਆ ਦੇਖੋ ਇਹਦੀ ਆਪਾਂ ਨੂੰ ਪਿਕਚਰ ਵੀ ਸ਼ੋ ਹੋ ਰਹੀ ਹੈ। ਗਿਮਲੈਟ ਕੀ ਕਾਹਦੇ ਵਿੱਚ ਯੂਜ਼ ਹੁੰਦਾ, ਇਟਸ ਅ ਹੈਂਡ ਟੂਲ ਫॉर ਡਰਿਲਿੰਗ ਸਮਾਲ ਹੋਲਸ। ਹੈਂਡ ਟੂਲ ਆ ਜਿਹੜਾ ਆਪਾਂ ਕਿ ਡਰਿਲ ਕਰਨੇ ਆ ਸਮਾਲ ਹੋਲਸ ਦੇ ਲਈ। ਤੇ ਫਰਦਰ ਆਪਣੇ ਕੋਲ ਜਿਹੜਾ ਹੋਰ ਟੂਲ ਆਪਾਂ ਪੜ੍ਹਨਾ ਉਹ ਦੈਟ ਇਜ਼ ਸਪੈਨਰ। ਸਪੈਨਰ ਕੀ ਹੁੰਦਾ ਬੱਚੇ, ਸਪੈਨਰ ਇਜ਼ ਯੂਜ਼ਡ ਟੂ ਪ੍ਰੋਵਾਈਡ ਗ੍ਰਿਪ ਐਂਡ ਮਕੈਨੀਕਲ ਐਡਵਾਂਟੇਜ। ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿ ਸਕਦੇ ਹਾਂ, ਚਾਬੀਆਂ ਕਹਿੰਦੇ ਹਾਂ। ਉਹਦੇ ਨਾਲ ਕੀ ਹੁੰਦਾ, ਇੱਕ ਸਾਈਡ ਤੋਂ ਆਪਾਂ ਨੇ ਕੀ ਕਰਨੀ, ਗ੍ਰਿਪ ਪ੍ਰੋਵਾਈਡ ਕਰਨੀ, ਤੇ ਦੂਸਰੀ ਸਾਈਡ ਆ ਜਿਹੜੀ ਆਪਾਂ ਉਸ ਚਾਬੀਆਂ ਦੀ ਉਹਦੇ ਨਾਲ ਆਪਾਂ ਨਟ ਬੋਲਟਸ ਨੂੰ ਕੀ ਕਰ ਸਕਦੇ ਹਾਂ, ਟਾਈਟ ਕਰ ਸਕਦੇ ਹਾਂ। ਨਾਓ ਫਰਦਰ ਇਜ਼ ਬ੍ਰੇਸ ਐਂਡ ਬ੍ਰਿਟਸ। ਜਿਵੇਂ ਆਹ ਦੇਖੋ ਇਹ ਪਿਕਚਰ ਤੋਂ ਸ਼ੋ ਹੋ ਰਿਹਾ, ਇੱਕ ਸਾਈਡ ਇੱਥੋਂ ਆਪਾਂ ਉਹਨੂੰ ਰੋਟੇਟ ਕਰਾਂਗੇ ਤੇ ਦੂਸਰੀ ਸਾਈਡ ਆਪਾਂ ਡਰਿਲ ਕਰਾਂਗੇ। ਇੱਕ ਹੈਂਡ ਡਰਿਲ ਦਾ ਇੱਕ ਆਪਣੇ ਕੋਲ ਆਲਟਰਨੇਟਿਵ ਹੈ, ਉਹ ਮਸ਼ੀਨ ਟਾਈਪ ਆ। ਇਹ ਆਪਣੇ ਕੋਲ ਕੀ ਆ, ਮੈਨੂਅਲੀ ਆ। ਇਹਦੇ ਵਿੱਚ ਆਪਾਂ ਇੱਕ ਸਾਈਡ ਕੋਰਨਰ ਇਹਨੂੰ ਰੋਟੇਟ ਕਰਾਂਗੇ ਤੇ ਜਿੱਦਾਂ ਜਿੱਦਾਂ ਰੋਟੇਟ ਕਰਾਂਗੇ ਉਹ ਡਰਿਲ ਹੁੰਦੀ ਜਾਊਗਾ ਤੇ ਹੋਲ ਹੋਈ ਜਾਊਗਾ। ਸੋ ਇਹ ਸੀਗੇ, ਹੋਰ ਵੀ ਬਹੁਤ ਟੂਲਸ ਨੇ ਜਿਨ੍ਹਾਂ ਨੂੰ ਹਰ ਇੱਕ ਆਪਣਾ ਜਿੱਦਾਂ ਦੀ ਆਪਾਂ ਇਕਵਿਪਮੈਂਟ ਇੰਸਟਾਲ ਕਰਨੀ ਉਹਦੇ ਅਕੋਰਡਿੰਗ ਟੂਲਸ ਰਿਕੁਆਇਰਮੈਂਟ ਵੀ ਚੇਂਜ ਹੁੰਦੀ ਆ। ਸੋ ਹੁਣ ਇੱਕ ਉਹ ਤਾਂ ਸੀਗੇ ਆਪਣੇ ਹੈਂਡ ਟੂਲਸ। ਹੁਣ ਜੈਕਸ ਜਾਂ ਆਪਾਂ ਚੇਨ ਪੁਲੀ ਦੀ ਗੱਲ ਕਰੀਏ, ਕ੍ਰੇਨ ਦੀ ਗੱਲ ਕਰੀਏ, ਇਹ ਬੇਸਿਕਲੀ ਕੀ ਹੁੰਦੇ ਨੇ, ਇਹ ਪੁਲਿੰਗ ਡਿਵਾਈਸਿਸ ਨੇ। ਜੇ ਆਪਾਂ ਨੇ ਕੋਈ ਹੈਵੀ ਚੀਜ਼ਾਂ ਜਾਂ ਜਿਵੇਂ ਕਹਿ ਲਓ ਟਰਾਂਸਫਾਰਮਰਸ ਜਾਂ ਕੇਬਲਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਪੋਰਟ ਕਰਨਾ, ਤਾਂ ਚੇਨ ਪੁਲੀਸ, ਜੈਕਸ ਜਾਂ ਕ੍ਰੇਨਸ ਨੂੰ ਯੂਜ਼ ਕੀਤਾ ਜਾਂਦਾ ਆ। ਸੋ ਹੈਮਰ ਡਰਿਲ ਮਸ਼ੀਨ ਵੀ ਸੇਮ ਹੋ ਗਈ। ਲੈਡਰ ਮੀਨਸ ਪੌੜੀ ਹੋਣੀ ਆਪਣੇ ਕੋਲ ਜ਼ਰੂਰੀ ਹੋਣੀ ਚਾਹੀਦੀ ਆ। ਫਰਦਰ ਆਪਣੇ ਕੋਲ ਰਬੜ ਗਲਵਜ਼ ਹੋਣੇ ਚਾਹੀਦੇ ਨੇ, ਹੈਲਮਟਸ ਹੋਣੇ ਚਾਹੀਦੇ ਨੇ, ਪ੍ਰੋਟੈਕਟਿਵ ਕਲੋਥਸ ਹੋਣੇ ਚਾਹੀਦੇ ਨੇ, ਕ੍ਰਿੰਪਿੰਗ ਟੂਲਸ ਹੋਣੇ ਚਾਹੀਦੇ ਆ। ਬੱਚੇ ਕ੍ਰਿੰਪਿੰਗ ਟੂਲਸ ਦੇ ਵਿੱਚ 3 ਤਰ੍ਹਾਂ ਦੇ ਕ੍ਰਿੰਪਿੰਗ ਟੂਲਸ ਆਪਣੇ ਕੋਲ ਆ ਜਾਂਦੇ ਨੇ, ਸਟ੍ਰਿਪਰਸ, ਕਟਰਸ ਤੇ ਕ੍ਰਿੰਪਰਸ।
ਇਹ ਤਿੰਨ ਤਰ੍ਹਾਂ ਦੇ ਆਪਣੇ ਕੋਲ ਕ੍ਰਿੰਪਿੰਗ ਟੂਲਸ ਨੇ। ਇਹ ਕੀ ਕਰਦੇ ਨੇ ਬੇਸਿਕਲੀ ਕੀ ਹੁੰਦੇ ਨੇ, ਜਿਹੜੇ ਸਟ੍ਰਿਪਰਸ ਹੁੰਦੇ ਨੇ ਉਹ ਕੀ ਕਰਦੇ ਨੇ, ਉਹ ਸਟ੍ਰਿਪ ਕਰ ਦਿੰਦੇ ਨੇ ਸ਼ੀਥ ਇਨਸੂਲੇਟਿਡ ਕਵਰਿੰਗ ਨੂੰ। ਤੇ ਜਿਹੜੇ ਕਟਰਸ ਹੁੰਦੇ ਨੇ ਜਿਵੇਂ ਕਿ ਇਹਨਾਂ ਦਾ ਨੇਮ ਸੁਜੈਸਟ ਕਰਦਾ ਕਿ ਵਾਇਰਸ ਨੂੰ ਕੱਟ ਕਰਨ ਦੇ ਕੰਮ ਆਉਂਦਾ ਆ। ਤੇ ਕ੍ਰਿੰਪਿੰਗ ਟੂਲਸ ਬੇਸਿਕਲੀ ਕੀ ਨੇ, ਜੇ ਆਪਾਂ ਨੇ ਦੋ ਵਾਇਰਸ ਨੂੰ ਜਾਂ ਦੋ ਕੇਬਲਸ ਨੂੰ ਆਪਸ ਦੇ ਵਿੱਚ ਜੋੜਨਾ ਤਾਂ ਉਸ ਟਾਈਮ ਆਪਾਂ ਨੇ ਜਿਹੜੀ ਟੂਲ ਨੂੰ ਯੂਜ਼ ਕਰਨਾ ਦੈਟ ਇਜ਼ ਨੋਨ ਐਜ਼ ਕ੍ਰਿੰਪ। ਸੋ ਨੈਕਸਟ ਜਿਹੜਾ ਇੰਸਟਰੂਮੈਂਟ ਆਪਾਂ ਪੜ੍ਹਨੇ ਨੇ ਉਹ ਹੈਗੇ ਟੈਸਟਿੰਗ ਐਂਡ ਮੈਜ਼ਰਿੰਗ ਇੰਸਟਰੂਮੈਂਟਸ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਅਰਥ ਟੈਸਟਰ। ਅਰਥ ਟੈਸਟਰ ਉਸ ਇੱਕ ਤਰ੍ਹਾਂ ਦਾ ਉਹ ਇੰਸਟਰੂਮੈਂਟ ਆ ਜਦੋਂ ਆਪਾਂ ਨੇ ਕਿਸੇ ਵੀ ਆਪਾਂ ਨੇ ਲਾਈਕ ਕਿਸੇ ਚੀਜ਼ ਦੀ ਅਰਥਿੰਗ ਕਰਨੀ ਹੈ, ਕਿਸੇ ਇਲੈਕਟ੍ਰੀਕਲ ਇਕਵਿਪਮੈਂਟ ਦੀ ਅਰਥਿੰਗ ਕਰਨੀ ਆ, ਉਹ ਅਰਥਿੰਗ ਕਰਨ ਤੋਂ ਪਹਿਲਾਂ ਆਪਾਂ ਨੇ ਅਰਥ ਦਾ ਕਿੰਨਾ ਰੈਜ਼ਿਸਟੈਂਸ ਆ ਉਹ ਚੈੱਕ ਕਰਨ ਦੇ ਲਈ ਆਪਾਂ ਜਿਹੜਾ ਇੰਸਟਰੂਮੈਂਟ ਯੂਜ਼ ਕਰਦੇ ਹਾਂ ਉਹ ਹੈਗਾ ਅਰਥ ਟੈਸਟਰ। ਅਰਥ ਟੈਸਟਰ ਇਜ਼ ਯੂਜ਼ਡ ਟੂ ਮੈਜ਼ਰ ਦੀ ਅਰਥ ਰੈਜ਼ਿਸਟੈਂਸ। ਸੋ ਬੇਸਿਕਲੀ ਇਹਦਾ ਕੀ ਆ ਕਿ ਆਪਾਂ ਨੂੰ ਅਰਥ ਰੈਜ਼ਿਸਟੈਂਸ ਪਤਾ ਲੱਗ ਜਾਂਦਾ ਵੀ ਜਿੱਥੇ ਆਪਾਂ ਨੇ ਕੋਈ ਟ੍ਰੈਂਚ ਡਗ ਕੀਤੀ ਆ ਉੱਥੇ ਕਿੰਨਾ ਅਰਥ ਦਾ ਰੈਜ਼ਿਸਟੈਂਸ। ਸੋ ਜਿਵੇਂ ਕਿ ਆਪਾਂ ਇੱਥੇ ਡਾਇਗਰਾਮ ਦੇਖਦੇ ਹਾਂ, ਇਹਦੇ ਵਿੱਚ ਕੀ ਹੈ, ਇੱਕ ਆਪਣੇ ਕੋਲ ਡੀਸੀ ਜਨਰੇਟਰ ਆ ਹੈਂਡ ਡਰਿਵਨ, ਜਿਹੜਾ ਫਰਦਰ ਕਨੈਕਟ ਹੋਇਆ ਕਰੰਟ ਰਿਵਰਸਰ ਨਾਲ ਤੇ ਆਪਣੇ ਕੋਲ ਰੈਕਟੀਫਾਇਰ ਨਾਲ ਫਰਦਰ ਕੀ ਕਨੈਕਟਡ ਨੇ ਆਪਣੇ ਕੋਲ ਕਮਿਊਟੇਟਰਸ, ਜਿਨ੍ਹਾਂ ਦਾ ਕੀ ਕੰਮ ਆ, ਜਿਹੜੇ ਕੀ ਕਰਦੇ ਨੇ ਟ੍ਰਾਂਸਫਰ ਕਰਦੇ ਨੇ, ਕਮਿਊਟੇਟਰਸ ਕੀ ਕਰਦੇ ਨੇ ਕਨਵਰਟ ਕਰ ਦਿੰਦੇ ਨੇ ਡਾਇਰੈਕਸ਼ਨ ਆਫ ਦੀ ਕਰੰਟ। ਸੋ ਇੱਧਰ ਆਪਾਂ ਦੇਖ ਸਕਦੇ ਹਾਂ ਆਪਣੇ ਕੋਲ ਇੱਕ ਪੇਅਰ ਆ ਪੋਟੈਂਸ਼ੀਅਲ ਕੋਇਲ ਦਾ ਤੇ ਕਰੰਟ ਕੋਇਲ ਦਾ, ਤੇ ਦੂਸਰੀ ਸਾਈਡ ਵੀ ਆਪਣੇ ਕੋਲ ਪੇਅਰ ਹੈਗਾ ਪੋਟੈਂਸ਼ੀਅਲ ਕੋਇਲ ਦਾ ਤੇ ਕਰੰਟ ਕੋਇਲ ਦਾ। ਜਿਹੜੀ ਪੋਟੈਂਸ਼ੀਅਲ ਕੋਇਲ ਆ ਇਟ ਇਜ਼ ਡਾਇਰੈਕਟਲੀ ਕਨੈਕਟਡ ਟੂ ਦੀ ਡੀਸੀ ਜਨਰੇਟਰ ਐਂਡ ਪਲੇਸਡ ਬਿਟਵੀਨ ਦੀ ਪਰਮਾਨੈਂਟ ਮੈਗਨੇਟ, ਥੀਸ ਆਰ ਦੀ ਪਰਮਾਨੈਂਟ ਮੈਗਨੇਟਸ। ਹੁਣ ਕੀ ਹੋਊਗਾ, ਇਹਦੇ ਨਾਲ ਇੱਥੇ ਆਪਣੇ ਕੋਲ ਕੀ ਲੱਗੀ ਹੋਈ ਆ ਇੰਡੀਕੇਸ਼ਨ ਐਰੋ। ਹੁਣ ਜਿਹੜੀ ਆ ਕਰੰਟ ਕੋਇਲ ਆ, ਜੇ ਆਪਣੇ ਵਿੱਚ ਕੀ ਹੋਊਗੀ ਜਿਹੜੀ ਕੋਇਲ ਆ ਉਹ ਜਦੋਂ ਮੈਗਨੈਟਿਕ ਫੀਲਡ ਆ ਜਿਹੜਾ ਉਹ ਚੇਂਜ ਹੋਊਗਾ ਤਾਂ ਕੋਇਲ ਦੇ ਵਿੱਚ ਆ ਜਿਹੜੀ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਊਗਾ, ਉਹਦੇ ਨਾਲ ਕੀ ਆ ਜਿਹੜੀ ਐਰੋ ਆ ਉਹ ਡਿਫਲੈਕਟ ਕਰੂਗੀ। ਤੇ ਜਿਹੜੀ ਡਿਫਲੈਕਸ਼ਨ ਹੋਊਗੀ ਪੁਆਇੰਟਰ ਦੀ, ਇਹ ਡਿਪੈਂਡ ਕਰੂਗੀ ਵਾਟ ਇਜ਼ ਦੀ ਰੇਸ਼ੋ ਆਫ ਵੋਲਟੇਜ ਆਫ ਦੀ ਪ੍ਰੈਸ਼ਰ ਕੋਇਲ ਔਰ ਟੂ ਦੈਟ ਆਫ ਦੀ ਕਰੰਟ ਕੋਇਲ। ਸੋ ਇਹਦੇ ਥਰੂ ਆਪਾਂ ਨੂੰ ਕੀ ਆ ਅਰਥ ਦਾ ਰੈਜ਼ਿਸਟੈਂਸ ਆ ਉਹ ਪਤਾ ਲੱਗ ਸਕੂਗਾ। ਸੋ ਜਿਹੜੇ ਵੈਲਿਊਜ਼ ਆਫ ਅਰਥ ਰੈਜ਼ਿਸਟੈਂਸ ਨੇ ਡਿਫਰੈਂਟ ਸਿਸਟਮ ਦੇ ਉਹ ਕੀ ਨੇ, ਫॉर ਲਾਰਜ ਪਾਵਰ ਸਟੇਸ਼ਨ it is 0.5 ohm, for major substation it is 1 ohm, and for small substation it is 2 ohm. So next measuring instrument ਉਹ ਕੀ ਹੈਗਾ ਆ ਮੈਗਰ। it is a very high resistance meter and is used to measure insulation resistance। ਇਹ ਕੀ ਕਰਦੇ ਆ, ਇਹ ਆਪਾਂ ਮੈਜਰ ਕਰ ਸਕਦੇ ਆ ਮੈਗਰ ਦੇ ਨਾਲ insulation resistance ਕਿਹਦੀ ਟਰਾਂਸਫਾਰਮਰ ਦੀ, ਜਨਰੇਟਰ ਦੀ, ਮੋਟਰ ਦੀ ਐਕਸੈਟਰਾ। a high value of resistance indicates good insulation। ਜੇ ਆਪਾਂ ਕਿਸੇ ਦੀ insulation ਚੈੱਕ ਕਰਨੀ ਉਹਦੇ ਲਈ ਆਪਣੇ ਕੋਲ ਹਾਈ ਵੈਲਿਊ ਆ ਜਿਹੜੀ ਰੈਜ਼ਿਸਟੈਂਸ ਦੀ ਹੋਣੀ ਬਹੁਤ ਜ਼ਰੂਰੀ ਹੈ। ਨੈਕਸਟ ਇਜ਼ ਫੇਜ਼ ਸੀਕੁਐਂਸ ਇੰਡੀਕੇਟਰ। ਜਿਵੇਂ ਕਿ ਆਪਾਂ ਨੂੰ ਇਹਦੇ ਨਾਮ ਤੋਂ ਪਤਾ ਲੱਗਦਾ ਆ ਕਿ ਫੇਜ਼ ਸੀਕੁਐਂਸ, ਇਹ ਆਪਾਂ ਨੂੰ ਫੇਜ਼ ਦੱਸਣਗੇ ਵੀ 3 ਫੇਜ਼ ਸਪਲਾਈ ਦਾ ਕਿੰਨਾ ਆ। ਇਟ ਵਿਲ ਹੈਲਪਸ ਅਸ ਇਨ ਡਿਟਰਮਿਨਿੰਗ ਦ ਫੇਜ਼ ਸੀਕੁਐਂਸ ਆਫ 3 ਫੇਜ਼ ਸਪਲਾਈ। ਸਪੋਜ਼ ਕੀ ਆ ਆਪਾਂ ਨੇ ਇਹ ਆਪਣੇ ਕੋਲ ਲਾਈਨ ਟਰਮੀਨਲਸ ਨੇ, ਇਹਦੇ ਥਰੂ ਆਪਾਂ ਨੇ ਕੀ ਕੀਤਾ ਸਪਲਾਈ ਦਿੱਤੀ ਕੋਇਲਸ ਨੂੰ, ਜਿਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਰੋਟੇਟਿੰਗ ਡਿਸਕਸ ਨੇ ਇਹਦੇ ਨਾਲ ਕੀ ਹੋਇਆ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ, ਜਿਸ ਨਾਲ ਫਰਦਰ ਆਫਟਰ ਮੈਗਨੈਟਿਕ ਫੀਲਡਸ ਐਡੀ ਕਰੰਟਸ ਪ੍ਰੋਡਿਊਸ ਹੋਏ। ਜਦੋਂ ਇਹ ਆਪਸ ਦੇ ਵਿੱਚ ਦੋਨੋਂ ਇੰਟਰੈਕਟ ਕਰਨਗੀਆਂ ਤਾਂ ਟਾਰਕ ਪ੍ਰੋਡਿਊਸ ਹੋਊਗੀ ਵਿਚ ਵਿਲ ਰੋਟੇਟ ਦਿਸ ਡਾਇਰੈਕਸ਼ਨ। ਸੋ ਜਦੋਂ ਇਹ ਕਲੌਕਵਾਈਜ਼ ਡਿਸਕ ਰੋਟੇਟ ਕਰੂਗੀ ਤਾਂ ਆਪਣੇ ਕੀ RY ਵੀ, ਜਦੋਂ ਇਹ ਐਂਟੀ ਕਲੌਕਵਾਈਜ਼ ਰੋਟੇਟ ਕਰੂਗੀ ਤਾਂ ਆਪਣਾ ਸੀਕੁਐਂਸ ਆ ਉਹ ਕੀ ਹੋਊਗਾ ਰਿਵਰਸ। ਸੋ ਫਰਦਰ ਇਸ ਟਰਾਂਸਫਾਰਮਰ ਆਇਲ ਟੈਸਟ ਕਿਟ। ਇਹਦੇ ਨਾਲ ਆਪਾਂ ਟਰਾਂਸਫਾਰਮਰ ਦੇ ਆਇਲ ਨੂੰ ਚੈੱਕ ਕਰ ਸਕਦੇ ਹਾਂ ਕਿ ਆਇਲ ਦੀ ਡਾਇਲੈਕਟ੍ਰਿਕ ਸਟਰੈਂਥ ਤਾਂ ਨਹੀਂ ਘਟ ਗਈ ਹੈਗੀ ਕਿ ਉਹਦੀ ਬ੍ਰੇਕਡਾਊਨ ਵੈਲਿਊ ਨਾ ਜ਼ਿਆਦਾ ਹੋ ਗਈ ਹੋਵੇ। ਸੋ ਇਹਦੇ ਨਾਲ ਆਪਾਂ ਟਰਾਂਸਫਾਰਮਰ ਦੀ ਆਇਲ ਦੀ ਟੈਸਟਿੰਗ ਹੋ ਸਕਦੀ ਹੈ। ਸੋ ਮਲਟੀਮੀਟਰ ਕੀ ਆ, ਮਲਟੀਮੀਟਰ ਆਪਾਂ ਨੂੰ ਹੈਲਪ ਕਰਦਾ ਟੂ ਮੈਜ਼ਰ AC ਐਜ਼ ਵੈਲ ਐਜ਼ ਦੀ DC ਵੋਲਟੇਜਸ। ਨਾਓ ਵਾਟ ਇਜ਼ ਐਨ ਇਲੈਕਟ੍ਰਿਕ ਸ਼ੌਕ। ਇਹਦੇ ਬਾਰੇ ਤਾਂ ਸਭ ਨੂੰ ਹੀ ਪਤਾ ਹੋਊਗਾ, ਜਦੋਂ ਆਪਾਂ ਨੂੰ ਕਰੰਟ ਲੱਗਦਾ ਆ ਕਿ ਉਸ ਨੂੰ ਆਪਾਂ ਇਲੈਕਟ੍ਰਿਕ ਸ਼ੌਕ ਕਹਿੰਦੇ ਆ। ਇਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਕਈ ਵਾਰ ਜ਼ਿਆਦਾ ਹੁੰਦਾ ਜਿਹੜਾ ਫਰਦਰ ਡੈਥ ਨੂੰ ਲੀਡ ਕਰਦਾ ਆ, ਕਈ ਵਾਰ ਨੋਰਮਲ ਹੁੰਦਾ। ਸੋ ਇਟ ਇਜ਼ ਅ ਸਡਨ ਸਟਿਮੂਲੇਸ਼ਨ ਆਫ ਨਰਵਸ ਸਿਸਟਮ ਆਫ ਹਿਊਮਨ ਬੋਡੀ ਬਾਈ ਫਲੋ ਆਫ ਇਲੈਕਟ੍ਰਿਕ ਕਰੰਟ ਥਰੂ ਅ ਪਾਰਟ ਆਫ ਅ ਬੋਡੀ। ਸੋ ਵਾਟ ਆਰ ਦੇ ਟ੍ਰੀਟਮੈਂਟਸ। ਸਵਿਚ ਆਫ ਦੀ ਸਪਲਾਈ, ਆਪਾਂ ਨੂੰ ਜਲਦੀ ਤੋਂ ਫਟਾਫਟ ਜਾ ਕੇ ਸਭ ਤੋਂ ਪਹਿਲਾ ਕੰਮ ਕੀ ਕਰਨਾ, ਜਿਹੜੀ ਸਪਲਾਈ ਹੈ ਉਹਨੂੰ ਸਵਿਚ ਆਫ ਕਰ ਦਿਓ। ਰਿਮੂਵ ਦੀ ਪਰਸਨ ਫਰੋਮ ਡਾਇਰੈਕਟ ਕੰਟੈਕਟ ਆਫ ਲਾਈਵ ਵਾਇਰ ਵਿਦ ਵੁੱਡ ਸਟਿਕ, ਜਾਂ ਆਪਾਂ ਵੁੱਡ ਸਟਿਕ ਦੇ ਯੂਜ਼ ਦੇ ਨਾਲ ਜਿਹੜੇ ਪਰਸਨ ਨੂੰ ਸ਼ੌਕ ਲੱਗਿਆ ਉਹਦਾ ਕਨੈਕਸ਼ਨ ਆਪਾਂ ਜਿਹੜਾ ਉਹ ਓਪਨ ਕਰ ਸਕਦੇ ਹਾਂ। ਜਾਂ ਰਿਮੂਵ ਫਰੋਮ ਦੀ ਫਾਇਰ, ਟ੍ਰੀਟਮੈਂਟ ਆਫ ਬਰਨਸ ਐਂਡ ਆਰਡਰ ਆਰਟੀਫਿਸ਼ੀਅਲ ਰੈਸਪੀਰੇਸ਼ਨ। So what are electrical accidents? In every case where a person receive an electric shock,
ਜਿਨ੍ਹਾਂ ਨੂੰ ਇਲੈਕਟ੍ਰਿਕ ਸ਼ੌਕ ਲੱਗੇ ਤੇ ਉਹਨੂੰ ਇੰਜਰੀ ਹੋ ਜਾਵੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਵਿਦ ਐਨੀ ਇਲੈਕਟ੍ਰੀਕਲ એનર્ਜੀ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇਲੈਕਟ੍ਰੀਕਲ ਐਕਸੀਡੈਂਟਸ। ਸੋ ਕਾਜ਼ ਇਹਦੇ ਕੀ ਕਾਜ਼ਿਸ ਨੇ, ਜੇ ਕੋਈ ਕੰਮ ਕਰ ਰਿਹਾ ਆਨਲਾਈਨ ਵਾਇਰਸ ਜਾਂ ਲਾਈਵ ਵਾਇਰਸ ਦੇ ਨਾਲ ਕੰਮ ਕਰ ਰਿਹਾ, ਅਨਸੇਫ ਵਰਕਿੰਗ ਆ, ਲੈਕ ਆਫ ਸੁਪਰਵਿਜ਼ਨ ਆ, lack of knowledge of electrical instruments ਹੈ and not use of proper insulation tools। ਸੋ ਇਹਨਾਂ ਸਾਰਿਆਂ ਕਿਸੇ ਵੀ ਅਣਗਹਿਲੀ ਕਾਰਨ ਜਿਹੜੇ ਆਪਾਂ ਨੂੰ ਇਲੈਕਟ੍ਰੀਕਲ ਸ਼ੌਕ ਫਰਦਰ ਆਪਾਂ ਨੂੰ ਬਹੁਤ ਜ਼ਿਆਦਾ ਇੰਜਰੀ ਕਰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇਲੈਕਟ੍ਰੀਕਲ ਐਕਸੀਡੈਂਟਸ। ਸੋ ਆਰਟੀਫਿਸ਼ੀਅਲ ਮੈਥਡ ਇਜ਼ ਵਨ ਆਫ ਦੀ ਬੈਸਟ ਮੈਥਡ ਜਿਹਦੇ ਨਾਲ ਆਪਾਂ ਪਰਸਨ ਨੂੰ ਬਚਾ ਸਕਦੇ ਹਾਂ ਕਿਸੇ ਇਲੈਕਟ੍ਰਿਕ ਸ਼ੌਕ ਤੋਂ। ਬਾਈ ਫੋਲੋਇੰਗ ਦੀ ਅਬਵ ਪੁਆਇੰਟਸ, ਇਫ ਅ ਪਰਸਨ ਇਜ਼ ਨਾਟ ਸਟਿਲ ਬਰੀਥਿੰਗ, ਦ ਆਰਟੀਫਿਸ਼ੀਅਲ ਰੈਸਪੀਰੇਸ਼ਨ ਸ਼ੁੱਡ ਬੀ ਇਮੀਡੀਏਟਲੀ ਅਪਲਾਈਡ ਟੂ ਰੀਸਟੋਰ ਦੀ ਨੋਰਮਲ ਬਰੀਥਿੰਗ ਐਂਡ ਪ੍ਰੀਵੈਂਟ ਡੈਥ ਅੰਟਿਲ ਦੀ। ਵਿੱਚ ਹੋਰ ਜਿਹੜੇ ਮੈਥਡਸ ਨੇ ਉਹ ਕੀ ਹੈ, ਸ਼ੇਫਰਸ-ਪ੍ਰੋਨ ਮੈਥਡ, ਸਿਲਵੈਸਟਰਸ ਮੈਥਡ ਐਂਡ ਮਾਊਥ ਟੂ ਮਾਊਥ ਮੈਥਡ। ਇਹਦੇ ਵਿੱਚ ਕੀ ਆਪਾਂ ਸ਼ੇਫਰਸ ਜਿਹੜਾ ਆ ਮੈਥਡ ਆ, ਉਹਦੇ ਵਿੱਚ ਕੀ ਆਪਾਂ ਜਿਹੜਾ ਪਰਸਨ ਨੂੰ ਲੇ ਡਾਊਨ ਕਰਕੇ, ਜਿਵੇਂ ਕਿ ਆਪਾਂ ਪਿਕਚਰ ਦੇ ਵਿੱਚ ਦੇਖਦੇ ਹਾਂ, ਫਿਰ ਉਹਨੂੰ ਸਵਿੰਗ ਕਰਨਾ, ਪਹਿਲਾਂ ਤਾਂ ਫਾਰਵਰਡ ਫॉर 2 ਸੈਕਿੰਡਸ, ਫਿਰ ਆਪਾਂ ਉਹਨੂੰ ਬੈਕਵਰਡ ਸਵਿੰਗ ਕਰਨਾ ਫॉर 3 ਸੈਕਿੰਡਸ। ਇਹਦੇ ਨਾਲ ਕੀ ਆ, ਆਪਾਂ ਬੰਦੇ ਦੀ ਜਾਨ ਨੂੰ ਬਚਾ ਸਕਦੇ ਹਾਂ। ਨੈਕਸਟ ਟੌਪਿਕ ਇਜ਼ ਇਲੈਕਟ੍ਰੀਕਲ ਸੇਫਟੀ ਰੂਲਸ, ਜਿਹਦੇ ਵਿੱਚ ਆਪਣੇ ਸਭ ਤੋਂ ਪਹਿਲਾ ਜਿਹੜਾ ਸੇਫਟੀ ਰੂਲ ਆ ਉਹ ਕੀ ਹੈ, ਡੂ ਨਾਟ ਯੂਜ਼ ਵਾਇਰ ਵਿਦ ਪੂਅਰ ਇੰਸੂਲੇਸ਼ਨ। ਜਿਨ੍ਹਾਂ ਵਾਇਰਸ ਦੀ ਇੰਸੂਲੇਸ਼ਨ ਬਹੁਤ ਹੀ ਪੂਅਰ ਆ, ਉਹਨਾਂ ਨੂੰ ਆਪਾਂ ਯੂਜ਼ ਨਹੀਂ ਕਰਨਾ ਹੈਗਾ ਕਿਸੇ ਵੀ ਕਨੈਕਸ਼ਨਸ ਦੇ ਵਿੱਚ। ਡੂ ਨਾਟ ਟੱਚ ਐਨੀ ਇਲੈਕਟ੍ਰੀਕਲ ਇਕਵਿਪਮੈਂਟ ਵਿਦ ਵੈਟ ਹੈਂਡਸ, ਕਿਸੇ ਵੀ ਇਲੈਕਟ੍ਰੀਕਲ ਇਕਵਿਪਮੈਂਟ ਨੂੰ ਆਪਾਂ ਵੈਟ ਹੈਂਡਸ ਨਾਲ ਨਹੀਂ ਟੱਚ ਕਰਨਾ। ਡੂ ਨਾਟ ਵਰਕ ਔਨ ਆਨਲਾਈਨ ਸਰਕਿਟ ਵਿਦਾਊਟ ਟੇਕਿੰਗ ਐਕਸਟਰਾ ਪ੍ਰੀਕਾਸ਼ਨਸ ਸਚ ਐਜ਼ यूज़ ऑफ रबर ग्लव्स। फायर एक्सटिंग्विशर नहीं यूज़ करना, ਉਹਦੀ ਜਗ੍ਹਾ ਆਪਾਂ ਨੇ यूज़ ऑफ सैंड या ब्लैंकेट यूज़ करना है। डू नॉट थ्रो वाटर ऑन इलैक्ट्रिकल इक्विपमेंट इन केस ऑफ फायरिंग। इस चीज़ का ਆਪਾਂ ਨੇ ਬਹੁਤ ਧਿਆਨ ਰੱਖਣਾ ਹੈ ਕਿ ਇਨ ਕੇਸ ਜੇ फायर ਅੱਗ ਲੱਗੀ ਹੋਵੇ ਤਾਂ ਆਪਾਂ ਨੇ फायर एक्सटिंग्विशर यूज़ कर सकते हैं, सैंड यूज़ कर सकते हैं, ब्लैंकेट यूज़ करते हैं, बट डू नॉट थ्रो वाटर। डू नॉट अलाउ टू टच द इलैक्ट्रिकल अप्लायंस और मोटर टू एनी अनऑथराइज्ड पर्सन और विजिटर। Do not test the circuit with bare fingers। Construction, installation, protection, operations and maintenance of electrical supply and apparatus should be done properly। danger notices होने बहुत ज़रूरी ने on electrical equipments। accidental charge भी होना बहुत ज़रूरी है। instructions for restoration of person suffering from electric shock, जे by the way किसी बंदे ਨੂੰ electrical shock ਲੱਗ ਚੁੱਕਿਆ ਤਾਂ ਉਸ time emergency ਆਪਾਂ ਨੇ ਕਿਹੜੀਆਂ instruction ਦੇਣੀਆਂ ਨੇ ਉਹ ਵੀ ਆਪਾਂ ਨੂੰ ਆਉਣੀਆਂ ਚਾਹੀਦੀਆਂ ਨੇ। precautions to be adopted by consumers, owner, occupiers, electrical contractors, electrical workmen and suppliers, supply and use of energy, handling of electrical supply lines and apparatus, and testing of consumer